ਵਾਲੀਏ ਕੁਲ ਆਲਮ ਚਵਰ ਸ਼ਤਰ ਤਥਾ ਵਕਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਦੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਵਿੱਚ ਜੁੜ ਮਿਲ ਬੈਠੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰਾਂ ਦੀ ਪਾਵਨ ਬਾਣੀ ਦਾ ਪਾਠ ਉਪਰੰਤ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਪਿਆਰ ਤੇ ਸਤਿਕਾਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਮੁਬਾਰਕ ਹੁਕਮ ਧਨਾਸਰੀ ਰਾਗ ਵਿੱਚ ਚੌਥੇ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਇਆ। 667 ਅੰਗ ਉੱਪਰ ਸੁਭਾਇਮਾਨ ਹੈ। ਇਸ ਸ਼ਬਦ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਨੁੱਖ ਨੂੰ ਚੱਲਣਾ ਸਿਖਾ ਰਹੇ ਨੇ ਵੀ ਮਨੁੱਖ ਨੇ ਚੱਲਣਾ ਕਿਵੇਂ ਹੈ। ਖਾਸ ਤੌਰ ਤੇ ਗੱਲ ਕਰ ਦਿੱਤੀ ਵੀ ਸਿੱਖ ਦਾ ਜੀਵਨ ਕਿਹੋ ਜਿਹਾ ਹੋਵੇ, ਸਿੱਖ ਆਪਣੇ ਜੀਵਨ ਨੂੰ ਜਿਉਵੇਂ ਕਿਵੇਂ। ਸਿੱਖ ਦੇ ਜੀਵਨ ਦੇ ਵਿੱਚ ਜਿਹੜੀ ਉਹਦੇ ਉੱਠਣ ਬੈਠਣ ਸੌਣ ਚੱਲਣ ਫਿਰਨ ਕਰਮ ਕਮਾਉਣ ਦੀ ਕਿਰਿਆ ਹੈ, ਉਹ ਕਿਹੋ ਜਿਹੀ ਹੋਵੇ। ਕਿਉਂਕਿ ਬਾਕੀ ਸਾਰੇ ਜੇਕਰ ਧਰਮਾਂ ਨੂੰ ਵੇਖਣ ਦਾ ਯਤਨ ਕਰਦੇ ਆ ਤੇ ਪਾਤਸ਼ਾਹ ਜੀ ਨੇ ਵੀ ਇੱਕ ਹਵਾਲਾ ਦੇ ਦਿੱਤਾ। ਕਹਿੰਦੇ ਜਿਹੜੇ ਸਿਮਰਤ ਸਾਸਤ ਨੇ ਨਾ, ਉਹ ਕੀ ਕਰਦੇ ਨੇ, ਪਾਪ ਪੁੰਨ ਵਿਚਾਰਦੇ। ਪਾਪ ਤੇ ਪੁੰਨ ਦੀ ਵਿਚਾਰ ਹੈ ਵੀ ਆਹ ਕੰਮ ਕਰੋਗੇ ਤਾਂ ਪਾਪ ਲੱਗੇਗਾ। ਉਸ ਤੋਂ ਬਾਅਦ ਜੇ ਇਸ ਪਾਪ ਨੂੰ ਤੁਸੀਂ ਮਿਟਾਉਣਾ ਚਾਹੁੰਦੇ ਹੋ ਤੇ ਆਹ ਪੁੰਨ ਕਰ ਦੇਵੋ, ਤੁਹਾਡਾ ਪਾਪ ਮਿਟ ਜਾਵੇਗਾ। ਜੇ ਤੁਸੀਂ ਧਰਮ ਦੀ ਦੁਨੀਆ ਦੇ ਵਿੱਚ ਉਸ ਤੋਂ ਉਲਟ ਚੱਲ ਰਹੇ ਹੋ ਤਾਂ ਤੁਸੀਂ ਪਾਪ ਕਰ ਰਹੇ ਹੋ, ਜੇਕਰ ਉਹਨਾਂ ਦੇ ਦੱਸੇ ਅਨੁਸਾਰ ਚੱਲ ਰਹੇ ਹੋ ਤੇ ਤੁਸੀਂ ਪੁੰਨ ਕਰ ਰਹੇ ਹੋ। ਪਰ ਅੱਗੇ ਨਾਲ ਹੀ ਗੁਰੂ ਪਾਤਸ਼ਾਹ ਜੀ ਕਹਿੰਦੇ ਤੱਤੈ ਸਾਰ ਨਾ ਜਾਣੀ। ਤੱਤੈ ਦਾ ਅਰਥ ਹੈ ਤੱਤ, ਜਿਹੜਾ ਅਸਲੀ ਤੱਤ ਹੈ ਕਹਿੰਦੇ ਉਹਦੀ ਸਾਰ ਨਹੀਂ ਜਾਣੀ ਉਹਨਾਂ ਨੇ। ਸਿਰਫ ਪਾਪ ਤੇ ਪੁੰਨ ਦੇ ਵਿੱਚ ਲੋਕਾਂ ਨੂੰ ਉਲਝਾ ਕੇ ਰੱਖਤਾ। ਲੋਕਾਂ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਨੂੰ ਉਹਨਾਂ ਨੇ ਪਾਪ ਦੀ ਨਜ਼ਰ ਨਾਲ ਵੇਖ ਲਿਆ ਵੀ ਤੂੰ ਆਹ ਪਾਪ ਕਰ ਰਿਹਾ। ਕਿਹੋ ਜਿਹਾ? ਭਗਤ ਕਬੀਰ ਪਾਤਸ਼ਾਹ ਜੀ ਨੇ ਉਦਾਹਰਨ ਦਿੱਤੀ ਹੈ। ਸਤਿਗੁਰੂ ਕਹਿੰਦੇ ਪੰਡਿਆ ਕਵਣ ਕੁਮਤ ਤੁਮ ਲਾਗੇ, ਬੂਢੋ ਗੇ ਪਰਿਵਾਰ ਸਕਲ ਸਿਉ, ਰਾਮ ਨਾ ਜਪੋ ਅਭਾਗੇ। ਪੰਡਤ ਕੌਣ ਹੈ? ਇੱਕ ਮੰਦਿਰ ਦਾ ਪੁਜਾਰੀ ਹੈ ਤੇ ਉਹ ਧਰਮ ਦੀ ਦੁਨੀਆ ਦੇ ਵਿੱਚ ਧਰਮ ਦਾ ਅਹੁਦੇਦਾਰ ਬੰਦਾ ਹੈ। ਪੁਜਾਰੀ ਪੰਡਤ ਮੰਦਿਰ ਦਾ, ਮੰਦਿਰ ਕੀ ਹੈ? ਉਹਨਾਂ ਦਾ ਧਾਰਮਿਕ ਸਥਾਨ ਹੈ, ਉੱਥੇ ਉਹਦੀ ਸੇਵਾ ਸੰਭਾਲ ਕਰਨ ਵਾਲਾ ਪੁਜਾਰੀ ਹੈ। ਸਾਡੇ ਲਫ਼ਜ਼ੀ ਬਦਲੇ ਨੇ ਗੁਰਦੁਆਰਾ ਤੇ ਉਹਦੇ ਵਿੱਚ ਗ੍ਰੰਥੀ। ਪਰ ਜੇਕਰ ਇੱਥੇ ਗੁਰਮਤਿ ਅਨੁਸਾਰ ਕਾਰਜ ਹੋਣ ਤੇ ਇਹ ਵਾਕਈ ਗੁਰੂ ਦਾ ਦੁਆਰਾ ਤੇ ਜਿਹੜਾ ਗ੍ਰੰਥੀ ਦਾ ਅਹੁਦਾ ਬਾਬਾ ਬੁੱਢਾ ਸਾਹਿਬ ਜੀ ਵਾਲਾ ਬਹੁਤ ਉੱਚਾ ਤੇ ਪਵਿੱਤਰ ਹੈ, ਜੇਕਰ ਕੋਈ ਉਦਾਂ ਦਾ ਬਣ ਕੇ ਰਵੇ ਤਾਂ। ਨਹੀਂ, ਹਾਲਾਤ ਅੱਜ ਵੀ ਗੁਰਦੁਆਰਿਆਂ ਦੇ ਵਿੱਚ ਪੁਜਾਰੀਆਂ ਵਾਲੇ ਬਣੇ ਪਏ ਨੇ, ਹੋਰ ਕਸਰ ਕੋਈ ਨਹੀਂ। ਸਤਿਗੁਰੂ ਕਹਿੰਦੇ ਹੇ ਪਾਂਡੇ, ਹੇ ਧਰਮ ਦੇ ਆਗੂ, ਤੂੰ ਦੂਜਿਆਂ ਨੂੰ ਤਾਂ ਸਿਖਾ ਰਿਹਾ ਵੀ ਧਰਮ ਦੇ ਵਿੱਚ ਆਹ ਕਰਮ ਕਰੋ, ਪਰ ਤੂੰ ਆਪ ਕਰਦਾ ਨਹੀਂ। ਕਹਿੰਦੇ ਕਿਹੜੀ ਭੈੜੀ ਮੱਤ ਦੇ ਵਿੱਚ ਤੂੰ ਲੱਗ ਗਿਆ। ਕਵਣ ਕੁਮਤ, ਕੁਮਤ ਕਹਿੰਦੇ ਨੇ ਭੈੜੀ ਮੱਤ। ਇੱਕ ਹੁੰਦੀ ਹੈ ਮੱਤ, ਇੱਕ ਹੈ ਕੁਮਤ।
ਕਹਿੰਦੇ ਕਿਹੜੀ ਭੈੜੀ ਮੱਤ ਦੇ ਵਿੱਚ ਤੂੰ ਲੱਗ ਗਿਆ। ਬੂਡੋਗੇ, ਬੂਡੋਗੇ ਦਾ ਅਰਥ ਆ ਕਹਿੰਦੇ ਡੁੱਬ ਜਾਵੋਗੇ। ਹੇ ਪੰਡਤ ਜੀ, ਜੇ ਤੁਸੀਂ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਤੋਂ ਨਹੀਂ ਜਪਿਆ ਤੇ ਕਹਿੰਦੇ ਤੁਸੀਂ ਡੁੱਬ ਜਾਵੋਗੇ। ਕਿਵੇਂ ਡੁੱਬੋਗੇ? ਕਹਿੰਦੇ ਪਰਿਵਾਰ ਸਕਲ ਸਿਓ, ਪਰਿਵਾਰ ਦੇ ਸਮੇਤ ਤੁਸੀਂ ਡੁੱਬ ਜਾਵੋਗੇ। ਕਹਿੰਦੇ ਇਸ ਕਰਕੇ ਨਾਮ ਜਪ। ਪਰ ਇੱਕ ਉਹਦੇ ਅੰਦਰ ਹੰਕਾਰ ਹੈ ਵੀ ਇੱਕ ਮੈਂ ਹੀ ਗਿਆਨਵਾਨ ਹਾਂ। ਸਤਿਗੁਰੂ ਕਹਿੰਦੇ ਜੇਕਰ ਤੇਰੇ ਅੰਦਰ ਇਹ ਹੰਕਾਰ ਹੈ ਵੀ ਤੂੰ ਗਿਆਨਵਾਨ ਹੈ, ਕਹਿੰਦੇ ਮੇਰੀ ਨਜ਼ਰ ਦੇ ਵਿੱਚ ਤੇਰਾ ਗਿਆਨ ਸਿਰਫ ਤੇ ਸਿਰਫ ਇੱਕ ਭਾਰ ਜਾਪਦਾ, ਮੈਨੂੰ ਹੋਰ ਕੁਝ ਨਹੀਂ ਜਾਪਦਾ। ਜੇ ਤੂੰ ਗਿਆਨ ਨੂੰ ਹੀ ਆਪਣੇ ਵਿੱਚ ਇਹ ਸਮਾਈ ਬੈਠਣਾ ਵੀ ਮੈਂ ਬਹੁਤ ਵੱਡਾ ਗਿਆਨੀ ਆ, ਧਰਮਾਤਮਾ ਵਾਂ, ਸਤਿਗੁਰੂ ਕਹਿੰਦੇ ਨਹੀਂ, ਕਹਿੰਦੇ ਤੂੰ ਇੱਕ ਵੱਡੇ ਭੁਲੇਖੇ ਵਿੱਚ ਆ। ਕਹਿੰਦੇ ਇਹ ਕੁਝ ਵੀ ਨਹੀਂ, ਸਿਰਫ ਤੇ ਸਿਰਫ ਇਹ ਇੱਕ ਭਾਰ ਹੈ, ਜਿਵੇਂ ਖਰ ਚੰਦਨ ਜਸ ਭਾਰਾ। ਕਹਿੰਦੇ ਜਿਵੇਂ ਖੋਤੇ ਦੇ ਉੱਤੇ ਚੰਦਨ ਲੱਦਿਆ ਹੋਵੇ, ਖੋਤੇ ਨੂੰ ਕਿਹੜਾ ਪਹਿਚਾਣ ਆ ਵੀ ਚੰਦਨ ਹੈ। ਕਹਿੰਦੇ ਖੋਤੇ ਦੇ ਲਈ ਤਾਂ ਸਿਰਫ ਉਹ ਇੱਕ ਭਾਰ ਹੈ ਵੀ ਇੱਕ ਥਾਂ ਤੋਂ ਉਹਨੇ ਲੱਦ ਲਿਆ, ਉਹਦੇ ਉੱਪਰ ਭਾਰ ਪਾ ਦਿੱਤਾ ਤੇ ਦੂਜੇ ਪਾਸੇ ਜਾ ਕੇ ਲਾ ਦਿੱਤਾ। ਜੇ ਉਹਨੂੰ ਪਤਾ ਹੋਵੇ ਵੀ ਐਡੀ ਕੀਮਤੀ ਸ਼ੈ ਹੈ ਵੀ ਜਿਹੜੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਮਹਿੰਗੇ ਰੇਟ ਤੇ ਵਿਕਦੀ ਲੱਕੜ ਹੈ ਚੰਦਨ, ਸਾਰੀਆਂ ਲੱਕੜਾਂ ਦੇ ਵਿੱਚੋਂ ਸ੍ਰੇਸ਼ਟ। ਕਹਿੰਦੇ ਜੇਕਰ ਉਹਨੂੰ ਪਤਾ ਹੋਵੇ ਫਿਰ ਉਹ ਚੰਦਨ ਢੋਂਦਾ ਹੀ ਨਾ ਮਰ ਜੇ, ਫਿਰ ਤਾਂ ਇੱਕ ਅੱਧਾ ਚੰਦਨ ਦਾ ਵਿੱਚੋਂ ਰੁੱਖ ਜਿਹੜਾ ਹੈ ਭਾਰ ਉਹ ਵੇਚ ਕੇ ਉਹਦਾ ਕੁਝ ਬਣਾ ਲਵੇ। ਪਰ ਨਹੀਂ, ਕਹਿੰਦੇ ਉਹ ਭਾਰ ਲੱਦਿਆ ਤੁਰਿਆ ਫਿਰਦਾ। ਕਹਿੰਦੇ ਜੇਕਰ ਤੈਨੂੰ ਵੀ ਇਹ ਹੈ ਨਾ ਵੀ ਗਿਆਨ ਸਿਰਫ ਦੂਜਿਆਂ ਤੱਕ ਹੀ ਆ, ਵੀ ਦੂਜਿਆਂ ਨੂੰ ਸੁਣਾਈ ਚੱਲੋ, ਆਪਣਾ ਕੀ ਹੈ, ਤੇ ਕਹਿੰਦੇ ਤੂੰ ਵੀ ਇੱਕ ਬਹੁਤ ਵੱਡੇ ਗਿਆਨ ਦੇ ਭਾਰ ਦੇ ਥੱਲੇ ਜ਼ਿੰਦਗੀ ਖੋਤਿਆਂ ਵਾਲੀ ਜਿਉ ਰਿਹਾ। ਹੁਣ ਕਰਦਾ ਕੀ ਸੀ? ਕਰਦਾ ਸੀ ਜਿਹੜੀ ਤਾਂ ਗੱਲ ਧਾਰਮਿਕ ਆਪ ਕਰ ਲਈ ਵੀ ਇਹ ਧਰਮ ਦੇ ਵਿੱਚ ਆ ਜੀ। ਕੀ ਭਗਤ ਕਬੀਰ ਜੀ ਕਹਿੰਦੇ ਜੀ ਬਦੋ ਸੋ ਧਰਮ ਕਰ ਥਾਪੋ। ਕਹਿੰਦੇ ਜਦੋਂ ਜੀਵ ਹੱਤਿਆ ਕਰਦਾ ਸੀ ਆਪ, ਉਦੋਂ ਕਹਿੰਦਾ ਸੀ ਜੀ ਦੇਵਤੇ ਖੁਸ਼ ਕਰਨੇ ਆ, ਅਸ ਜਗ, ਅਸ ਘੋੜੇ ਨੂੰ ਕਹਿੰਦੇ ਆ, ਗਜ ਜਗ, ਜਗ ਗਜ ਕਹਿੰਦੇ ਨੇ ਹਾਥੀ ਨੂੰ, ਅਸਮੇਤ ਜਗ, ਅਲੱਗ-ਅਲੱਗ ਤਰ੍ਹਾਂ ਦੇ ਜਗ ਸੀਗੇ ਜਿਹਦੇ ਵਿੱਚ ਵੱਡੇ ਵੱਡੇ ਜਾਨਵਰਾਂ ਦੀ ਗਿਣਤੀ ਤੋਂ ਬਾਹਰ ਜਾ ਕੇ ਬਲੀ ਦੇ ਕੇ ਹਵਨ ਕਰਨੇ, ਅੱਗ ਦੇ ਵਿੱਚ ਉਹਨਾਂ ਨੂੰ ਮਚਾ ਦੇਣਾ, ਫੂਕ ਦੇਣਾ, ਸਾੜ ਦੇਣਾ ਵੀ ਦੇਵਤੇ ਖੁਸ਼ ਹੋਣਗੇ। ਕਹਿੰਦੇ ਜੀ ਬਦੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ। ਕਹਿੰਦੇ ਜੇ ਇਹ ਧਰਮ ਆ ਫਿਰ ਅਧਰਮ ਕਿਹੜਾ? ਸਵਾਲ ਕਰ ਦਿੱਤਾ ਨਾ। ਹੁਣ ਪੰਡਤ ਕੀ ਸੋਚਦਾ ਸੀ? ਆਪਸ ਕੋ ਮੁਨੀਵਰ ਕਰ ਥਾਪੋ। ਕਹਿੰਦੇ ਆਪਣੇ ਆਪ ਨੂੰ ਸ੍ਰੇਸ਼ਟ ਮੁਨੀ ਮੰਨਦਾ ਸੀ ਵੀ ਮੇਰੇ ਵਰਗਾ ਦੁਨੀਆ ਤੇ ਕੋਈ ਹੋਰ ਮੁਨੀ ਰਿਸ਼ੀ ਨਹੀਂ ਹੈਗਾ। ਆਪਣੇ ਆਪ ਨੂੰ ਉੱਚਾ ਮੰਨਣਾ ਧਰਮ ਦੀ ਦੁਨੀਆ 'ਚ। ਤੇ ਦੂਜੇ ਪਾਸੇ ਕਹਿੰਦੇ ਸਤਿਗੁਰੂ ਕਹਿੰਦੇ ਕਾਕੋ ਕਹੋ ਕਸਾਈ। ਕਹਿੰਦੇ ਜੇ ਤੂੰ ਧਰਮ ਦੇ ਨਾਂ ਤੇ ਸਿਰਫ ਲੋਕਾਂ ਦੀ ਲੁੱਟ ਕਰਨ ਦੇ ਲਈ ਹੀ ਜੀਵਾਂ ਦੀ ਹੱਤਿਆ ਕਰਕੇ ਆਪਦੇ ਆਪ ਨੂੰ ਸ੍ਰੇਸ਼ਟ ਪੰਡਤ ਕਹਾਉਣਾ, ਕਹਿੰਦੇ ਫਿਰ ਜਿਹੜਾ ਆਪਦੇ ਢਿੱਡ ਨੂੰ ਪਾਲਣ ਦੇ ਲਈ, ਆਪਣੇ ਪਰਿਵਾਰ ਨੂੰ ਪਾਲਣ ਲਈ ਜੇ ਕੋਈ 4 ਟੁਕੜੇ ਮਾਸ ਦੇ ਕਸਾਈ ਬਣ ਕੇ ਵੱਢ ਕੇ ਵੇਚ ਰਿਹਾ, ਫਿਰ ਉਹ ਅਧਰਮੀ ਕਿਵੇਂ ਹੋ ਗਿਆ? ਤੂੰ ਧਾਰਮਿਕ ਸਥਾਨ ਤੇ ਬਲੀ ਦੇਵੇਂ, ਜਾਨਵਰ ਨੂੰ ਮਾਰੇ ਕੋ ਕੇ, ਤਾਂ ਤੂੰ ਧਰਮੀ। ਉਹ ਆਪਣੇ ਬੱਚਿਆਂ ਨੂੰ ਪਾਲਣ ਦੇ ਲਈ ਜੇਕਰ ਬਾਹਰ ਕਿਸੇ ਲੱਕੜੀ ਦੇ ਖੋਖੇ ਵਿੱਚ ਬਹਿ ਕੇ ਕਿਸੇ ਜਾਨਵਰ ਨੂੰ ਕੱਟ ਵੱਢ ਕੇ ਖਾਣ ਵਾਲਿਆਂ ਨੂੰ ਦੇ ਦਿੰਦਾ, ਤੇ ਉਹ ਕਸਾਈ ਕਿਵੇਂ? ਫਿਰ ਤੂੰ ਵੀ ਕਸਾਈ ਹੈ ਕਿਉਂਕਿ ਤੂੰ ਵੀ ਵੱਢਦਾ, ਕਸਾਈ ਉਹ ਵੀ ਹੈ ਕਿਉਂਕਿ ਉਹ ਵੀ ਵੱਢਦਾ। ਜੇ ਤੂੰ ਧਰਮੀ ਹੈ ਫਿਰ ਉਹ ਵੀ ਧਰਮੀ ਹੈ ਕਿਉਂਕਿ ਉਹਨੇ ਆਪਣਾ ਪਰਿਵਾਰ ਪਾਲਣਾ ਤੇ ਉਹਦਾ ਫਰਜ਼ ਹੈ ਪਰਿਵਾਰ ਨੂੰ ਪਾਲਣਾ। ਤੇ ਤੂੰ ਵੀ ਆਪਦਾ ਟੱਬਰ ਹੀ ਪਾਲ ਰਿਹਾ ਬੈਠਾ ਇੱਥੇ, ਹੋਰ ਕੀ ਕਰਦਾ? ਤੇ ਐਸਾ ਗਿਆਨ ਸੀ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਆ ਵੀ ਚੱਲਣਾ ਕਿਵੇਂ ਹੈ। ਹੁਣ ਚੱਲ ਤਾਂ ਉਹ ਵੀ ਲੋਕ ਰਹੇ ਸੀ, ਚੱਲ ਜੋਗੀ ਵੀ ਰਹੇ ਸੀ। ਜੋਗੀ ਚੱਲਦੇ ਸੀ, ਕੀ ਕਰਦੇ ਸੀ? ਪਰਿਵਾਰਾਂ ਵਿੱਚ ਜੰਮੇ ਹੁੰਦੇ ਸੀ। ਜੋਗੀਆਂ ਦੇ ਜਦੋਂ ਮੱਤ ਦੇ ਵਿੱਚ ਆ ਜਾਂਦੇ ਸੀ ਤੇ ਆਪਣਾ ਘਰ-ਬਾਰ, ਮਾਤਾ ਪਿਤਾ, ਭੈਣ ਭਰਾ ਸਾਰਾ ਕੁਝ ਛੱਡ ਕੇ ਪਹਾੜਾਂ ਵਿੱਚ ਚਲੇ ਜਾਂਦੇ ਸੀ। ਕਹਿੰਦੇ ਅਸੀਂ ਜੀ ਸੰਸਾਰ ਤੋਂ ਤਿਆਗੀ ਹੋ ਗਏ। ਕਹਿੰਦੇ ਅਸੀਂ ਇਸ ਸੰਸਾਰ ਚੋਂ ਤਿਆਗੀ ਹੋ ਗਏ, ਤਿਆਗਤਾ ਸਾਰਾ ਕੁਝ। ਗੁਰੂ ਪਾਤਸ਼ਾਹ ਜੀ ਕਹਿੰਦੇ ਤਿਆਗਤਾ? ਕਹਿੰਦੇ ਹਾਂਜੀ।
ਕਹਿੰਦੇ ਫਿਰ ਇਦਾਂ ਦੱਸੋ, ਕਹਿੰਦੇ ਜਦੋਂ ਤੁਹਾਨੂੰ ਭੁੱਖ ਲੱਗਦੀ ਏ ਉਦੋਂ ਕੀ ਕਰਦੇ ਹੋ? ਕਹਿੰਦੇ ਜੀ ਉਦੋਂ ਹੱਥ ਵਿੱਚ ਖੱਪਰ ਲੈ ਕੇ ਮੰਗਣ ਚਲੇ ਜਾਂਦੇ ਆ। ਕਹਿੰਦੇ ਮੰਗਦੇ ਕਿੱਥੋਂ? ਕਹਿੰਦੇ ਦੁਨੀਆ ਵਾਲੇ ਲੋਕਾਂ ਦੇ ਘਰਾਂ ਚੋਂ। ਕਹਿੰਦੇ ਪੱਕਿਆ ਹੋਇਆ ਤਾਂ ਪਰਿਵਾਰਾਂ ਵਾਲਿਆਂ ਦਾ ਹੀ ਆ ਨਾ। ਜੇਕਰ ਤੁਸੀਂ ਕਹਿੰਦੇ ਹੋ ਵੀ ਉਹ ਧਰਮੀ ਨਹੀਂ ਹੈਗੇ, ਅਸੀਂ ਧਰਮੀ ਆ, ਪਰਿਵਾਰ ਤਿਆਗ ਕੇ, ਕਹਿੰਦੇ ਫਿਰ ਮੰਗ ਕੇ ਤਾਂ ਧਰਮੀਆਂ ਤੋਂ ਹੀ ਖਾਂਦੇ ਹੋ। ਅਧਰਮੀਆਂ ਤੋਂ ਤੁਸੀਂ ਧਰਮੀ ਲੋਕ ਕਹਾਉਨੇ ਆਪਣੇ ਆਪ ਨੂੰ, ਮੰਗ ਕੇ ਫਿਰ ਉਹਨਾਂ ਕੋਲੋਂ ਖਾਂਦੇ ਹੋ ਜਿਨ੍ਹਾਂ ਨੂੰ ਕਹਿੰਦੇ ਹੋ ਵੀ ਇਹ ਮਾਇਆ ਦੇ ਜਾਲ ਵਿੱਚ ਫਸੇ ਹੋਏ ਨੇ, ਇਹ ਮੋਹ ਮਾਇਆ ਦੀ ਨਗਰੀ ਵਿੱਚ ਫਸੇ ਹੋਏ ਨੇ। ਫਿਰ ਤੁਹਾਡੇ ਤੇ ਉਹਨਾਂ ਦੇ ਵਿੱਚ ਫਰਕ ਕੀ ਹੋਇਆ? ਖਾਣਾ ਤਾਂ ਤੁਸੀਂ ਉੱਥੋਂ ਹੀ ਆ, ਉਹਨਾਂ ਪਰਿਵਾਰਾਂ ਵਾਲਿਆਂ ਤੋਂ ਹੀ ਖਾਣਾ ਜਿਹੜੇ ਪਰਿਵਾਰਾਂ ਨੂੰ ਤੁਸੀਂ ਮਾੜਾ ਕਹਿ ਰਹੇ ਹੋ ਵੀ ਇਹ ਤਾਂ ਜੀ ਜੰਜਾਲ ਦੇ ਵਿੱਚ ਫਸੇ ਹੋਏ ਨੇ। ਕਹਿੰਦੇ ਫਿਰ ਫਰਕ ਨਹੀਂ ਨਾ ਕੋਈ। ਫਿਰ ਲੋਕਾਂ ਤੋਂ ਪੂਜਾ, ਲੋਕਾਂ ਦੇ ਵਿੱਚ ਤੁਸੀਂ ਨਾਮ ਕਮਾਉਣਾ ਚਾਹੁੰਦੇ ਹੋ, ਕਿੰਨਾਂ ਵਿੱਚ? ਉਹੀ ਪਰਿਵਾਰਾਂ ਵਾਲਿਆਂ 'ਚ ਜਿਨ੍ਹਾਂ ਨੂੰ ਤਿਆਗ ਕੇ ਛੱਡ ਕੇ ਆਏ ਹੋ। ਸਤਿਗੁਰੂ ਜੀ ਨੇ ਧਰਮ ਦੇ ਨਾਂ ਤੇ ਹੁੰਦੀ ਲੁੱਟ ਨੂੰ ਰੋਕਿਆ। ਬਹੁਤ ਵੱਡੇ ਪੱਧਰ ਤੇ ਕ੍ਰਾਂਤੀਕਾਰੀ ਜੀਵਨ ਹੈ। ਭਗਤ ਸਾਹਿਬਾਨ ਜੀ ਨੇ ਤਾਂ ਇਹ ਕਹਿ ਲੋ ਵੀ ਵੱਡੀਆਂ ਵੱਡੀਆਂ ਧਰਮ ਪਖੰਡ ਦੇ ਖਿਲਾਫ ਨਾ ਜੰਗਾਂ ਲੜੀਆਂ ਨੇ। ਜੰਗ ਕੋਈ ਛੋਟੀ ਮੋਟੀ ਗੱਲ ਨਹੀਂ, ਕਈ 100 ਸਾਲਾਂ ਦੀ ਜੰਗ ਜਿਹੜੀ ਬਿਨਾਂ ਹਥਿਆਰ ਤੋਂ ਚੱਲੀ ਹੋਵੇ। ਪਹਿਲੀ ਜੰਗ ਸੀ ਜਿਹੜੀ ਬਿਨਾਂ ਹਥਿਆਰ ਤੋਂ ਚੱਲੀ ਹੋਵੇ। ਭਗਤ ਸਾਹਿਬਾਨ ਜੀ ਤੋਂ ਲੈ ਕੇ 5ਵੇਂ ਪਾਤਸ਼ਾਹ ਜੀ ਤੱਕ, ਕਿਉਂਕਿ 6ਵੇਂ ਪਾਤਸ਼ਾਹ ਜੀ ਨੇ ਮੀਰੀ ਤੇ ਪੀਰੀ ਦਾ ਸਿਧਾਂਤ ਲਾਗੂ ਕੀਤਾ। ਉਹਦੇ ਵਿੱਚ ਵੀ ਜ਼ੁਲਮ ਨੂੰ ਰੋਕਣਾ, ਆਪਣੀ ਸਵੈ ਰੱਖਿਆ ਕਰਨੀ, ਦੋ ਚੀਜ਼ਾਂ ਸੀ। ਆਪਣੀ ਰੱਖਿਆ ਦੇ ਲਈ ਤੇ ਇੱਕ ਦੂਜਾ ਜਿਹੜਾ ਜ਼ੁਲਮ ਕਰ ਰਿਹਾ ਉਸ ਜ਼ੁਲਮ ਨੂੰ ਰੋਕਣਾ ਤੇ ਜ਼ਾਲਮ ਨੂੰ ਮਿਟਾਉਣਾ ਤਾਂ ਕਿ ਉਹ ਜ਼ੁਲਮ ਨਾ ਕਰ ਸਕੇ। ਪਾਤਸ਼ਾਹ ਜੀ ਇਸ ਮੁਬਾਰਕ ਬਚਨ ਦੇ ਵਿੱਚ ਸਾਨੂੰ ਅੱਜ ਇਹੀ ਸਮਝਾ ਰਹੇ ਨੇ। ਕਹਿੰਦੇ ਹੇ ਪੁੱਤ ਜੀ, ਹੇ ਭਾਈ, ਹੇ ਬੱਚੇ, ਹੇ ਗੁਰਸਿੱਖ ਪਿਆਰੇ, ਕਹਿੰਦੇ ਕੀ ਕਰ? ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਹੇ ਗੁਰਸਿੱਖ ਮਿੱਤਰੋ, ਹੇ ਗੁਰਸਿੱਖ ਪਿਆਰਿਓ, ਤੁਸੀਂ ਗੁਰੂ ਦੀ ਮੱਤ ਲੈ ਕੇ ਜੀਵਨ ਦੇ ਵਿੱਚ ਚੱਲਣਾ ਸ਼ੁਰੂ ਕਰੋ। ਕੱਲ ਵੀ ਇਹੀ ਵਿਚਾਰਿਆ ਸੀ ਆਪਾਂ, ਗੁਰ ਕੀ ਮੱਤ ਤੂੰ ਲੇਹ ਇਆਣੇ। ਗੁਰੂ ਦੀ ਮੱਤ ਲੈਣੀ ਹੈ। ਕਾਹਦੇ ਲਈ? ਆਪਣੇ ਜੀਵਨ ਨੂੰ ਸੋਹਣਾ ਤੇ ਸੁਖਦਾਈ ਬਣਾਉਣ ਦੇ ਲਈ। ਜੋ ਗੁਰ ਕਹੈ ਸੋਈ ਭਲ ਮਾਨੋ। ਕਹਿੰਦੇ ਜੋ ਗੁਰੂ ਜੀ ਕਹਿੰਦੇ ਨੇ ਉਸ ਨੂੰ ਆਪਣੇ ਜੀਵਨ ਦੇ ਵਿੱਚ ਭਲਾ ਕਰਕੇ ਮੰਨ ਲੈਣਾ। ਵੀ ਜੋ ਗੁਰੂ ਨੇ ਕਹਿ ਦਿੱਤਾ ਜੀ ਭਲਾ, ਜੋ ਗੁਰੂ ਨੇ ਸਾਨੂੰ ਉਪਦੇਸ਼ ਦੇ ਦਿੱਤਾ ਉਹ ਮੇਰੇ ਲਈ, ਤੇ ਉਹਨੂੰ ਮੰਨਣਾ ਕੀ ਹੈ ਜੀ? ਭਲਾ, ਮੇਰੇ ਲਈ ਭਲਾ ਹੈ। ਕਿਉਂਕਿ ਮੇਰਾ ਜੀਵਨ ਇਸ ਦੇ ਨਾਲ ਬਹੁਤ ਸੋਹਣਾ ਬਣ ਜਾਣਾ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਇਹੀ ਨਿਰਾਲਾਪਣ ਹੈ, ਇਹੀ ਨਿਆਰਾਪਣ ਹੈ, ਇਹੀ ਪਰਮਾਤਮਾ ਜੀ ਦੇ ਗੁਣ ਗਾਉਣ ਦਾ ਇੱਕ ਨਿਰਾਲੀ ਚਾਲ ਹੈ। ਬਿਲਕੁਲ ਪਹਿਲੇ ਬੰਦ ਵਿੱਚ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਕਹਿੰਦੇ ਹਮ ਅੰਧਲੇ ਅੰਧ ਵਿਖੈ ਵਿਖਰਾਤੇ। ਇੱਕ ਤਾਂ ਆਪਣੇ ਆਪ ਨੂੰ ਤੈਨੂੰ ਮੰਨ ਕੇ ਚੱਲਣਾ ਪੈਣਾ। ਗੁਰੂ ਦੀ ਮੱਤ ਤੂੰ ਫੇਰ ਧਾਰਨ ਕਰ ਸਕਦਾ ਜੇਕਰ ਤੂੰ ਇਹ ਜੀਵਨ ਦੇ ਵਿੱਚ ਮੰਨ ਲਿਆ ਵੀ ਇਹ ਸੱਚੇ ਪਾਤਸ਼ਾਹ ਅਸੀਂ ਅੰਨੇ ਹਾਂ। ਹਮ ਅੰਧਲੇ, ਅੰਧਲੇ ਦਾ ਅਰਥ ਹੈ ਅੰਨੇ। ਹੇ ਪਾਤਸ਼ਾਹ ਜੀ, ਮੈਂ ਪਾਤਸ਼ਾਹ ਜੀ ਮੈਂ ਅੰਨਾ ਹਾਂ, ਅੰਧ, ਅੰਨਿਆਂ ਦਾ ਵੀ ਅੰਨਾ ਹਾਂ। ਕਹਿੰਦੇ ਮੈਂ ਵਿਖੈ ਵਿਖਰਾਤੇ, ਕਹਿੰਦੇ ਅਸੀਂ ਸਾਰੀ ਜ਼ਿੰਦਗੀ ਹੁਣ ਤੱਕ ਦੀ ਆਪਣੀ ਜ਼ਹਿਰ ਦੇ ਵਿੱਚ ਹੀ ਲੰਘਾ ਦਿੱਤੀ, ਵਿਸ਼ੇ ਵਿਕਾਰਾਂ ਦੇ ਵਿੱਚ ਹੀ ਲੰਘਾ ਦਿੱਤੀ। ਉਹਦੇ ਵਿੱਚ ਰੱਤੇ ਹੀ ਇੰਨਾ ਸੀ ਵੀ ਸਾਨੂੰ ਸੋਚਦਾ ਹੀ ਕੁਝ ਹੋਰ ਨਹੀਂ ਸੀ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਕਹਿੰਦੇ ਇਹਨਾਂ ਦੇ ਵਿੱਚ ਹੀ ਰੱਤੇ ਵੇ ਸੀ, ਲਿਬੜੇ ਵੇ ਸੀ, ਭਿੱਜੇ ਵੇ ਸੀ। ਸਾਨੂੰ ਇਹਨਾਂ ਤੋਂ ਬਿਨਾਂ ਹੋਰ ਕੋਈ ਸੁੱਝਦਾ ਹੀ ਨਹੀਂ ਸੀ। ਸਾਨੂੰ ਲਾਲਚ ਖਿੱਚ ਰਿਹਾ ਸੀ, ਸਾਨੂੰ ਪਰਿਵਾਰ ਦਾ ਮੋਹ, ਠੱਗੀਆਂ, ਛਲ ਫਰੇਬ, ਧੋਖਾ ਧੜੀ ਕਰਨ ਵੱਲ ਪ੍ਰੇਰ ਰਿਹਾ ਸੀ। ਪੁੱਤਾਂ ਦੇ ਮੋਹ ਨੂੰ ਅਸੀਂ ਤਿਆਗ ਨਹੀਂ ਸਕੇ, ਕਿਉਂਕਿ ਪੁੱਤਾਂ ਦਾ ਮੋਹ, ਪਰਿਵਾਰ ਦਾ ਮੋਹ ਤਿਆਗ ਕੇ ਹੀ, ਇੱਕ ਉਹ ਤਿਆਗ ਨਹੀਂ ਵੀ ਛੱਡ ਹੀ ਦੇਣਾ। ਇੱਥੇ ਤਿਆਗ ਦਾ ਅਰਥ ਹੈ ਵੀ ਉਸ ਮੋਹ ਦੇ ਵਿੱਚ ਫਸੇ ਨਹੀਂ ਰਹਿਣਾ, ਵੀ ਨਹੀਂ ਜੀ ਵੀ ਮੇਰਾ ਤਾਂ ਜੀ ਬਸ ਵੀ ਸਰਨਾ ਹੀ ਨਹੀਂ ਬਿਲਕੁਲ ਵੀ।
ਇਸ ਭਾਵ ਤੋਂ ਉੱਚਾ। ਹੁਣ ਗੁਰੂ ਪਾਤਸ਼ਾਹ ਵੀ ਤਾਂ ਰਹੇ ਪਰਿਵਾਰਾਂ ਵਿੱਚ ਹੀ ਨੇ ਨਾ। ਪਹਿਲੇ ਪਾਤਸ਼ਾਹ ਜੀ ਘਰੇ ਪਤਨੀ ਹੈ ਸੁਲੱਖਣੀ ਜੀ, ਮਾਤਾ ਹੈ ਮਾਤਾ ਤ੍ਰਿਪਤਾ ਜੀ, ਪਿਤਾ ਮਹਿਤਾ ਕਲਿਆਣ ਦਾਸ ਜੀ, ਇੱਕ ਭੈਣ ਹੈ ਬੇਬੇ ਨਾਨਕੀ ਜੀ, ਉਹਨਾਂ ਦੇ ਘਰ ਵਾਲਾ ਭਾਈਆ ਜੈ ਰਾਮ ਜੀ। ਪਰਿਵਾਰ ਤਾਂ ਹੈ ਸਾਰਾ। ਫਿਰ ਉਸ ਤੋਂ ਬਾਅਦ ਆਪਣੇ ਵੀ ਔਲਾਦ ਹੈ, ਸ਼੍ਰੀ ਚੰਦ, ਲਖਮੀ ਦਾਸ। ਪ੍ਰਚਾਰ ਕਰਨ ਦੇ ਲਈ ਜਾਂਦੇ ਨੇ ਤੇ ਮੁੜ ਕੇ ਵਾਪਸ ਘਰ ਆਉਂਦੇ ਨੇ। ਉਸ ਪਰਿਵਾਰ ਦੇ ਵਿੱਚ ਰਹਿੰਦੇ ਨੇ। ਪਰਿਵਾਰ ਦੇ ਵਿੱਚ ਰਹਿ ਕੇ, ਕਿਉਂਕਿ ਪਰਿਵਾਰ ਦੀਆਂ ਜਿਹੜੀਆਂ ਲੋੜਾਂ ਨੇ, ਪਰਿਵਾਰ ਨੂੰ ਇੱਕ ਆਸ ਹੁੰਦੀ ਹੈ ਵੀ ਮੇਰਾ ਇਹ ਪੁੱਤ ਕਦੇ ਅਸੀਂ ਕਮਾ ਕੇ ਪਾਲਿਆ ਪੋਸਿਆ, ਵੱਡਾ ਕੀਤਾ, ਪੜ੍ਹਾਇਆ ਲਿਖਾਇਆ, ਵੀ ਹੁਣ ਸਾਡੀ ਉਮਰ ਕਮਾਈ ਕਰਨ ਦੀ ਨਹੀਂ, ਸਾਨੂੰ ਇਹ ਕਮਾ ਕੇ ਦੇਵੇਗਾ। ਸਾਡਾ ਫਰਜ਼ ਹੈ, ਸਾਨੂੰ ਬੱਚਿਆਂ ਨੂੰ ਜਦੋਂ ਅਸੀਂ ਛੋਟੇ ਸੀ ਸਾਡੇ ਮਾਂ-ਬਾਪ ਨੇ ਹਰ ਇੱਕ ਦੁੱਖ ਸੁੱਖ ਤੱਤੇ ਠੰਡੇ ਤੋਂ ਬਚਾ ਕੇ ਰੱਖਿਆ, ਤੇ ਸਾਡਾ ਫਰਜ਼ ਹੈ ਵੀ ਆਪਣੇ ਮਾਤਾ ਪਿਤਾ ਨੂੰ ਬਚਾ ਕੇ ਰੱਖਣਾ। ਇਹ ਨਾ ਹੋਵੇ ਬਾਹਰ ਧਰਮ ਕਮਾਉਂਦੇ ਫਿਰੀਏ ਤੇ ਦੂਜਿਆਂ ਨੂੰ ਧਰਮ ਸਿਖਾਉਂਦੇ ਫਿਰੀਏ ਤੇ ਕੱਲ ਨੂੰ ਕੋਈ ਸਾਨੂੰ ਆ ਕਹਿੰਦੇ ਵੀ ਭਾਈ ਤੇਰਾ ਮਾਂ ਪਿਓ ਰੁਲਿਆ ਫਿਰਦਾ। ਇੱਕ ਵੀਰ ਹੈ ਪਿਆਰਾ ਏ, ਉਹਨਾਂ ਪਿੰਡ ਵਾਲੇ ਵੀਰਾਂ ਨੂੰ ਬਾਹਰ ਹੈ ਕੈਨੇਡਾ ਦੇ ਵਿੱਚ, ਉਹ ਕੁਝ ਨਾ ਕੁਝ ਦਸਵੰਧ ਭੇਜ ਦਿੰਦਾ ਵੀ ਕਿਸੇ ਨੂੰ ਗਰੀਬ ਹੈ, ਕੋਈ ਠੰਡ ਸੀ ਵੀ ਕਿਸੇ ਨੂੰ ਕੋਟੀ ਲੈ ਦੋ, ਸਵਾਟਰ ਲੈ ਦੋ, ਬੂਟ ਜਰਾਬਾਂ ਲੈ ਦੋ, ਗਰਮੀਆਂ ਆ ਜਾਣਗੀਆਂ ਵੀ ਚੱਪਲਾਂ ਲੈ ਦੋ, ਪਤਲੇ ਕੱਪੜੇ ਲੈ ਦੋ, ਕੋਈ ਗਰੀਬ ਹੈ ਉਹਨੂੰ ਰਾਸ਼ਨ ਦੇ ਦੋ, ਵੀ ਨਹੀਂ ਜਿਹਦਾ ਪਕਾ ਸਕਦਾ ਪੁੱਤ ਧੀ ਨਹੀਂ, ਬਜ਼ੁਰਗ ਨੇ ਉਹਨਾਂ ਦੇ ਘਰੇ ਰਾਸ਼ਨ ਪਹੁੰਚਦਾ ਕਰ ਦੋ, ਏਦਾਂ ਦੇ ਕੰਮਾਂ ਦੇ ਲਈ। ਪਰ ਹੈਰਾਨੀ ਦੀ ਗੱਲ ਉਦੋਂ ਹੋਈ ਜਦੋਂ ਪਤਾ ਲੱਗਿਆ, ਉਹ ਦੂਸਰੇ ਪਿੰਡ ਤੋਂ ਰਹਿ ਰਹੇ ਨੇ, ਜਦੋਂ ਪਤਾ ਲੱਗਿਆ ਹੋਰ ਲੋਕਾਂ ਕੋਲੋਂ ਵੀ ਇਹ ਪਿੰਡ ਜਿੱਥੇ ਦੂਜੇ ਪਿੰਡ ਰਹਿਣ ਲੱਗੇ, ਇੱਕ ਆਪਦਾ ਪਿੰਡ ਛੱਡ ਕੇ, ਵੀ ਉੱਥੇ ਆਪਣੇ ਦੋਸਤਾਂ ਮਿੱਤਰ ਜਿਹੜੇ ਨਵੇਂ ਬਣੇ ਉਹਨਾਂ ਨੂੰ ਆਪਣੀ ਕਮਾਈ ਵਿੱਚੋਂ ਦਸਵੰਧ ਭੇਜਦਾ ਤੇ ਗਰੀਬਾਂ ਦੇ ਵਿੱਚ ਵੰਡ ਕੇ ਉਹ ਵਾਹ ਖੱਟ ਰਿਹਾ ਵੀ ਜੀ ਬਹੁਤ ਫਲਾਨਾ ਪਰਿਵਾਰ ਹੈ ਜੀ, ਉਹਨਾਂ ਦਾ ਬੱਚਾ ਹੈ ਤੇ ਬਹੁਤ ਸੇਵਾ ਕਰਦਾ, ਬਹੁਤ ਗੁਰਮੁਖ ਪਿਆਰਾ ਸੇਵਾ ਕਰਦਾ। ਪਰ ਉਹਦਾ ਪਿਓ ਆਪਣੇ ਘਰ ਦੇ ਵਿੱਚ ਰੋਟੀ ਪਕਾਉਣ ਦੇ ਲਈ ਉਹਨੂੰ ਦਰ ਤੋਂ ਕਈ ਥਾਵਾਂ ਤੋਂ ਮੰਗਣਾ ਪੈਂਦਾ। ਕਿਤੇ ਬਿੱਲ ਭਰਨ ਨੂੰ ਪੈਸੇ ਨਹੀਂ ਹੁੰਦੇ, ਘਰ ਦਾ ਬਿੱਲ ਆ ਜਾਂਦਾ 1000 ਰੁਪਇਆ ਤੇ ਦੂਜਿਆਂ ਕੋਲੇ ਜਾ ਕੇ ਮੰਗਦਾ। ਜਿਹੜਾ ਕਦੇ 15-20 ਕਿੱਲਿਆਂ ਤੇ ਰਾਜਾ ਸੀ, ਰਾਜ ਕਰਦਾ ਸੀ, ਆਪਣੀ ਜ਼ਮੀਨ ਵੇਚ ਵੱਟ ਕੇ ਪੁੱਤਾਂ ਨੂੰ ਵਿਆਹ ਕੇ ਬਾਹਰ ਤੋਰ ਦਿੱਤਾ। ਬਾਹਰ ਤੋਰ ਕੇ ਉਹ ਕਰਿਆ ਕੀ? ਮਾਂ ਪਿਓ ਇੱਥੇ ਰੁਲ ਗਏ ਵਿਚਾਰੇ, ਦਰ ਦੇ ਧੱਕੇ ਖਾ ਰਹੇ ਨੇ। ਐਸਾ ਵੀ ਧਰਮ ਕਮਾਉਣ ਨੂੰ ਨਹੀਂ ਨਾ ਕਿਹਾ, ਧਰਮ ਕਮਾਉਣਾ ਹੈ। ਮੋਹ ਇਹ ਹੈ ਵੀ ਜਿੱਥੇ ਧਰਮ ਦੀ ਗੱਲ ਆ ਗਈ ਉੱਥੇ ਸਾਡੇ ਵਿੱਚ ਜਿਹੜਾ ਮੋਹ ਦਾ ਜਾਲ ਹੈ ਉਹ ਨਹੀਂ ਹੋਣਾ ਚਾਹੀਦਾ। ਤੇ ਮਨੁੱਖ ਹੰਕਾਰ ਦੇ ਵਿੱਚ ਜਿਉ ਰਿਹਾ ਹੈ। ਹਉਮੈ ਦੀਰਘ ਰੋਗ ਹੈ, ਕਹਿੰਦੇ ਬਹੁਤ ਵੱਡਾ ਰੋਗ ਹੈ ਹਉਮੈ ਦਾ, ਹੰਕਾਰ ਦਾ। ਮਨੁੱਖ ਹੰਕਾਰ ਦੇ ਵਿੱਚ ਜੀਵਨ ਜਿਉ ਰਿਹਾ। ਪਾਤਸ਼ਾਹ ਜੀ ਕਹਿੰਦੇ ਇਹ ਤੇਰੇ ਔਗਣ ਨੇ ਜਿਹੜੇ ਤੈਨੂੰ ਇਸ ਸੰਸਾਰ ਦੇ ਵਿੱਚ ਜਕੜੀ ਬੈਠੇ ਨੇ, ਤੈਨੂੰ ਛੱਡ ਨਹੀਂ ਰਹੇ। ਇਹਨਾਂ ਨੂੰ ਜੇਕਰ ਤਿਆਗਣਾ ਚਾਹਣਾ ਹੈ, ਇਹਨਾਂ ਤੋਂ ਬਚਣਾ ਚਾਹਣਾ, ਪਰਿਵਾਰ ਦੇ ਵਿੱਚ ਰਹਿ ਕੇ, ਕਿਉਂਕਿ ਪਰਿਵਾਰ ਦੇ ਵਿੱਚ ਰਹਿ ਕੇ ਹੀ ਮੁਕਤੀ ਹੈ। ਭੱਟ ਸਾਹਿਬਾਨ ਜੀ ਨੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਦੀਦਾਰ ਗੁਰੂ ਅਰਜਨ ਪਾਤਸ਼ਾਹ ਚੋਂ ਕੀਤਾ ਨਾ, ਤੇ ਉਹਨਾਂ ਨੇ ਇਹ ਗੱਲ ਉੱਚੀ ਉੱਚੀ ਬੋਲ ਕੇ ਗਾ ਕੇ ਪ੍ਰਤੱਖ ਰੂਪ ਦੇ ਵਿੱਚ ਅਟੱਲ ਕਰ ਦਿੱਤੀ ਬਾਣੀ ਦੇ ਵਿੱਚ, ਵੀ ਰਹਿੰਦੀ ਦੁਨੀਆ ਤੱਕ ਇਹ ਬਚਨ ਏਦਾਂ ਹੀ ਚੱਲਦਾ ਰਹੇਗਾ, ਏਦਾਂ ਹੀ ਗੂੰਜਦਾ ਰਹੇਗਾ। ਕੀ ਕਹਿੰਦੇ ਭੱਟ ਸਾਹਿਬਾਨ ਜੀ? ਕਹਿੰਦੇ ਹੇ ਸਤਿਗੁਰੂ, ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਮੇਰਾ ਸੀਸ ਤੇਰੇ ਅੱਗੇ ਝੁਕਦਾ ਹੈ। ਕਿਉਂ? ਕਹਿੰਦੇ ਰਾਜ ਜੋਗ ਤੈ ਮਾਣਿਓ। ਕਹਿੰਦੇ ਰਾਜ ਵੀ ਕੀਤਾ ਤੁਸੀਂ ਤੇ ਜੋਗ ਵੀ ਮਾਣਿਆ। ਇਹ ਦੋਨੇ ਚੀਜ਼ਾਂ ਧਰਮ ਦੀ ਦੁਨੀਆ 'ਚ ਵੱਖੋ ਵੱਖਰੀਆਂ ਸੀ। ਜਿਹੜਾ ਤਾਂ ਰਾਜ ਕਰਦਾ ਸੀ, ਭਾਵ ਕਿ ਸੰਸਾਰ ਦੇ ਵਿੱਚ ਰਹਿੰਦਾ ਸੀ, ਕਹਿੰਦੇ ਉਹ ਧਰਮੀ ਨਹੀਂ ਬਣ ਪਾਇਆ। ਜਿਹੜੇ ਲੋਕ ਧਰਮੀ ਬਣ ਗਏ ਉਹ ਰਾਜ ਭਾਗ ਤਿਆਗ ਗਏ ਜਾਂ ਰਾਜ ਛੱਡ ਗਏ, ਭਾਵ ਕਿ ਸੰਸਾਰ ਨੂੰ ਛੱਡ ਕੇ ਪਾਸੇ ਬਹਿ ਗਏ। ਕਹਿੰਦੇ ਇਹ ਦੋਨੇ ਚੀਜ਼ਾਂ ਹੀ ਗਲਤ ਸੀ। ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋਗ ਧਰਮ ਵੀ ਕਮਾਇਆ, ਪਰਮਾਤਮਾ ਨੂੰ ਵੀ ਪਾਇਆ, ਤੇ ਇੱਥੇ ਸੰਸਾਰ ਦੇ ਵਿੱਚ ਆਪਣੇ ਫਰਜ਼ ਵੀ ਨਿਭਾਏ। ਮੋਦੀ ਖਾਨ ਨੇ ਕਮਾਈ ਵੀ ਕੀਤੀ ਤੇ ਉਪਦੇਸ਼ ਵੀ ਦਿੱਤਾ। ਉਸ ਤੋਂ ਬਾਅਦ ਆਖਰੀ ਉਮਰ ਦੇ ਉੱਤੇ ਜਾ ਕੇ ਮਨੁੱਖ ਹਰ ਥੱਕ ਕੇ ਬਹਿ ਜਾਂਦਾ, ਕਹਿੰਦਾ ਬਹੁਤ ਕੰਮ ਹੋ ਗਿਆ ਜੀ, ਹੁਣ ਨਹੀਂ ਹੁੰਦਾ। ਹੈਗੇ ਆ ਧੀਆਂ ਪੁੱਤ, ਕਹਿੰਦੇ ਕਰ ਲੈਣਗੇ ਬਥੇਰਾ। ਪਰ ਬਾਬੇ ਨਾਨਕ ਨੇ ਜਿਹੜੀ ਉਮਰੇ ਘਰੇ ਬੱਚਿਆਂ ਤੋਂ ਸੇਵਾ ਕਰਾਉਣੀ ਸੀ, ਉਹ ਉਮਰੇ ਆ ਕੇ ਹਲ ਚੱਕ ਲਿਆ, ਕਰਤਾਰਪੁਰ ਦੀ ਧਰਤੀ ਤੇ ਹਲ ਵਾਇਆ।
ਤੇ ਜਦੋਂ ਲੈਣਾ ਮਿਲਦਾ, ਪਹਿਲੀ ਵਾਰ ਆ ਕੇ ਗੁਰੂ ਪਾਤਸ਼ਾਹ ਜੀ ਨੂੰ ਮਿਲਦੇ ਹੀ ਖੇਤਾਂ ਵਿੱਚ। ਤੇ ਅੱਜ ਮਾਫ ਕਰਿਓ ਜੀ, ਅੱਜ ਦੇ ਬਾਬੇ ਏਦਾਂ ਦੇ ਬਣ ਗਏ ਸਾਡੇ ਧਰਮੀ ਲੋਕ, ਖਾਸ ਤੌਰ ਤੇ ਸਿੱਖਾਂ ਦੇ ਵਿੱਚ ਹੀ, ਵੀ ਜਿਹੜੇ ਨਾ ਜੀ ਅੱਗੇ ਜੇ ਬਾਬੇ ਨੂੰ ਭੋਰੇ ਵਿੱਚ ਜਾ ਕੇ ਮਿਲਣਾ ਨਾ ਤਾਂ ਕਹਿੰਦੇ ਪਹਿਲਾਂ 40 ਦਿਨ ਜਪਜੀ ਸਾਹਿਬ ਕਰੋ ਤੇ ਕੇਸੀ ਇਸ਼ਨਾਨ ਕਰਕੇ ਆਓ। ਕਮਾਲ ਦੀ ਗੱਲ ਹੈ। ਲੈਣੇ ਨੂੰ ਤਾਂ ਕੋਈ ਯਾਦ ਨਹੀਂ ਸੀ ਵੀ ਕੇਸੀ ਵੀ ਨਹਾਉਣਾ, ਲੈਣੇ ਨੂੰ ਤਾਂ ਕੋਈ ਯਾਦ ਨਹੀਂ ਸੀ ਵੀ 40 ਪਾਠ ਜਪਜੀ ਸਾਹਿਬ ਦੇ ਕਰਨੇ ਆ। ਉਹਨੇ ਮਾਫ ਕਰਿਓ, ਹੋ ਸਕਦਾ ਵੀ ਲੈਣੇ ਨੇ ਤਾਂ ਜਪਜੀ ਸਾਹਿਬ ਦਾ ਪਾਠ ਸੁਣਿਆ ਵੀ ਨਾ ਹੋਵੇ ਹਲੇ, ਹੋ ਸਕਦਾ। ਜੋਤ ਜੀ ਤੋਂ ਬਾਣੀ ਸੁਣੀ ਹੈ, ਜੋਤ ਜੀ ਜਿਹੜੀ ਬਾਣੀ ਉਹਨਾਂ ਨੂੰ ਯਾਦ ਸੀ, ਕੰਠ ਸੀ, ਜਿੰਨੇ ਸ਼ਬਦ ਉਹ ਗਾਉਂਦੇ ਰਹਿੰਦੇ ਸੀ, ਕੰਮ ਕਰਦੇ, ਪੜ੍ਹਦੇ, ਸੁਣਦੇ, ਲਿਖਦੇ, ਹਰ ਪਾਸੇ ਜਾਂਦੇ ਆਉਂਦੇ, ਹਰ ਕੰਮ ਕਰਦੇ। ਪਰ ਕੀ ਸਾਡੇ ਘਰਾਂ ਦੇ ਵਿੱਚ ਇਹ ਮਾਹੌਲ ਸਿਰਜਿਆ ਗਿਆ? 550 ਸਾਲ ਬਤੀਤ ਹੋ ਗਏ, 551ਵਾਂ ਸਾਲ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਮਨਾ ਰਹੇ ਹਾਂ। 551 ਸੰਮਤ, 550 ਸਾਲ ਹੋ ਗਏ ਸਾਨੂੰ ਬਾਣੀ ਪੜ੍ਹਦਿਆਂ ਨੂੰ, ਵਿਚਾਰਦਿਆਂ ਨੂੰ, ਗਾਉਂਦਿਆਂ ਨੂੰ। ਕੀਰਤਨ, ਰਾਗੀ, ਢਾਡੀ, ਕਵੀਸ਼ਰ ਸਾਰੇ ਜ਼ੋਰ ਲੱਗਿਆ ਪਿਆ। ਕੀ ਸਾਡੇ ਘਰਾਂ ਦੇ ਵਿੱਚ ਜਦੋਂ ਮਾਤਾ ਜਾਂ ਭੈਣ ਰੋਟੀ ਪਕਾਉਣ ਬਹਿੰਦੀ ਏ, ਸਿਰ ਢੱਕ ਕੇ ਬਹਿੰਦੀ ਏ? ਕਦੇ ਅੰਦਰ ਇਹ ਭਾਵਨਾ, ਸ਼ਰਧਾ, ਪਿਆਰ ਰੱਖਿਆ ਵੀ ਜਿਹੜਾ ਅੱਜ ਮੈਂ ਖਾਣਾ ਬਣਾ ਰਹੀ ਹਾਂ, ਅੱਜ ਜਿਹੜੀ ਮੈਂ ਰੋਟੀ ਆਹ ਵੇਲ ਕੇ ਤਵੇ ਉੱਤੇ ਪਾ ਰਹੀ ਹਾਂ, ਵੀ ਕੀ ਇਹ ਰੋਟੀ ਜਿਹੜੀ ਮੈਂ ਇਸ ਭਾਵ ਦੇ ਵਿੱਚ ਕਦੇ ਪਾਈ ਵੀ ਸਵਣਾ ਦੇ ਵਿੱਚ ਪਰਮਾਤਮਾ ਵਰਤਦਾ, ਵੀ ਇਹ ਰੋਟੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਖਾਣੀ ਹੈ? ਤੇ ਫਿਰ ਕਦੇ ਆਕੜ ਦੇ ਵਿੱਚ ਜਾਂ ਸੜੇ ਸੁਭਾਅ ਦੇ ਨਾਲ ਕਦੇ ਰੋਟੀਆਂ ਨਹੀਂ ਬਣਨਗੀਆਂ। ਫਿਰ ਸਿਰ ਵੀ ਢੱਕਿਆ ਹੋਊਗਾ ਤੇ ਮੁੱਖ ਤੋਂ ਬਾਣੀ ਵੀ ਪੜ੍ਹੀ ਜਾਂਦੀ ਹੋਊ। ਘਰ ਦੇ ਵਿੱਚੋਂ ਜਦੋਂ ਸਫਾਈ ਕਰਨੀ ਹੈ ਨਾ, ਤੇ ਉਦੋਂ ਸਫਾਈ ਕਰਦਿਆਂ ਨੂੰ ਵੀ ਮਾਲਕ ਚੇਤੇ ਆਵੇ, ਬਾਣੀ ਪੜ੍ਹਦੇ ਹੋਈਏ, ਸ਼ਬਦ ਗਾਉਂਦੇ। ਅੱਜ ਮਾਫ ਕਰਿਓ, ਹਾਲਾਤ ਪਤਾ ਘਰਾਂ ਦੇ ਕੀ ਨੇ, ਸੱਚ ਜਾਣਿਓ। ਬਾਕੀ ਤੁਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਨਜ਼ਰ ਮਾਰ ਲੈਣੀ ਵੀ ਵਾਕਈ ਸਾਡੇ ਘਰੇ ਇਹੀ ਕੁਛ ਹੁੰਦਾ। ਅੱਜ ਬੱਚੇ, ਚਾਹੇ ਧੀ ਘਰ ਦੇ ਵਿੱਚ ਝਾੜੂ ਮਾਰ ਰਹੀਏ, ਪੋਚਾ ਮਾਰ ਰਹੀਏ, ਕੀ ਉਹ ਬਾਣੀ ਗਾ ਰਹੀ ਹੈ ਜਾਂ ਗਾਣੇ ਗਾ ਰਹੀ ਹੈ? ਜਾਂ ਤਾਂ ਟੀਵੀ ਆਵਾਜ਼ ਫੁੱਲ ਤੇ ਚੱਲਦਾ ਹੁੰਦਾ, ਗਾਣੇ ਚੱਲਦੇ ਹੁੰਦੇ ਆ ਤੇ ਨਾਲ ਨਾਲ ਕੰਮ ਹੋ ਰਿਹਾ ਹੁੰਦਾ, ਤੇ ਬਾਣੀ ਕਿਉਂ ਨਹੀਂ ਗਾਈ ਗਈ? ਫਿਰ ਕਹਿੰਦੇ ਸਾਡੇ ਬੱਚੇ ਸਾਨੂੰ ਨੀਵਾਂ ਦਿਖਾ ਜਾਂਦੇ ਨੇ, ਸਾਡਾ ਸਿਰ ਝੁਕਾ ਜਾਂਦੇ ਨੇ, ਸਾਨੂੰ ਚੱਲਣ ਜੋਗਾ ਨਹੀਂ। ਮਾਂ ਬਾਪ ਨੂੰ ਫਿਕਰ ਲੱਗਿਆ ਰਹਿੰਦਾ ਆਪਣੇ ਧੀ ਪੁੱਤ ਦੇ ਬਾਰੇ ਸੋਚ ਸੋਚ ਕੇ। ਜਿਉਂ-ਜਿਉਂ ਧੀ ਪੁੱਤ ਜਵਾਨ ਹੁੰਦੇ ਨੇ ਨਾ, ਉਹਨਾਂ ਦੇ ਜਿਹੜਾ ਵੀ ਇੱਕ ਹੁੰਦਾ ਨਾ ਸੁਖਾਲਾਪਣ, ਉਹਨਾਂ ਨੂੰ ਔਖਿਆਈ ਵਿੱਚ ਚਲਿਆ ਜਾਂਦਾ, ਬਹੁਤ ਉਹਨਾਂ ਨੂੰ ਔਖਾ ਔਖਾ ਮਹਿਸੂਸ ਹੋਣ ਲੱਗ ਜਾਂਦਾ। ਹਰ ਸਮੇਂ ਉਹ ਡਰ ਦੇ ਵਿੱਚ ਜ਼ਿੰਦਗੀ ਜਿਉਂਦੇ ਨੇ। ਪਰ ਕਦੇ ਮਾਂ ਨੇ ਨਹੀਂ ਰੋਕਿਆ ਵੀ ਧੀਏ ਆਹ ਟੀਵੀ ਨਹੀਂ ਲਾਉਣਾ, ਆਹ ਜਿਹੜੇ ਗਾਣੇ ਚੱਲਦੇ ਆ ਨੇ ਤੇ ਅੱਜ ਤੋਂ ਬਾਅਦ ਚੱਲਣੇ ਨਹੀਂ ਚਾਹੀਦੇ। ਕਦੇ ਰੋਕਿਆ ਬਾਪ ਨੇ ਵੀ ਪੁੱਤ ਨਾ ਮਾੜੀ ਸੰਗਤ ਨਹੀਂ ਕਰਨੀ, ਮਾੜਿਆਂ ਦੇ ਵਿੱਚ ਨਹੀਂ ਬਹਿਣਾ, ਮਾੜਿਆਂ ਦੇ ਨਾਲ ਨਹੀਂ ਜਾਣਾ, ਜੇ ਮੈਨੂੰ ਪਤਾ ਲੱਗ ਗਿਆ ਤਾਂ ਮੈਂ ਘਰੋਂ ਤੈਨੂੰ ਬਾਹਰ ਕੱਢ ਦੇਣਾ? ਜੇ ਬੱਚੇ ਨੂੰ ਦੇਖੋ, ਬੱਚੇ ਪਿਆਰੇ ਨੇ ਸਭਨਾਂ ਦੇ, ਪਰ ਇੱਕ ਡਰ ਜਿਹੜਾ ਅੱਜ ਅਸੀਂ ਬੱਚਿਆਂ ਨੂੰ ਦੇ ਲਾਂਗੇ ਨਾ, ਉਹ ਅੱਗੇ ਜਾ ਕੇ ਬਹੁਤ ਵੱਡਾ ਪਿਆਰ ਬਣ ਜਾਵੇਗਾ। ਕਿਉਂਕਿ ਡਰ ਦੇ ਵਿੱਚੋਂ ਹੀ ਇੱਕ ਐਸਾ ਪਿਆਰ, ਅਦਬ ਪੈਦਾ ਹੁੰਦਾ ਜਿਹੜਾ ਮਨੁੱਖ ਨੂੰ ਅੰਦਰ ਦਾ ਸੁੱਖ ਦੇ ਦਿੰਦਾ। ਨਹੀਂ ਅੱਜ ਹਾਲਾਤ ਕੀ ਬਣੇ ਪਏ ਨੇ, ਸਮਾਜ ਬਹੁਤ ਕਰ ਗਿਆ। ਤੇ ਜਦੋਂ ਅਸੀਂ ਬਾਣੀ ਪੜਾਂਗੇ ਨਾ, ਦੇਖੋ ਜਿੰਨਾ ਵੀ ਇਤਿਹਾਸ ਪੜ੍ਹ ਲਵੋ, ਜਿੰਨਾ ਵੀ ਸਾਰੇ ਇਤਿਹਾਸ ਦੇ ਵਿੱਚ ਤੁਹਾਨੂੰ ਹਰੇਕ ਸਿੱਖ ਦਾ ਜਦੋਂ ਜੀਵਨ ਤੁਹਾਨੂੰ ਮਿਲੂਗਾ ਨਾ, ਵੀ ਆਹ ਸਿੱਖ ਨੂੰ ਫਲਾਨਾ ਮਿਲਿਆ ਭਾਈ, ਸਿੱਖ ਬਣ ਗਿਆ, ਤੇ ਉਹ ਤੁਹਾਨੂੰ ਇਤਿਹਾਸ ਦੇ ਵਿੱਚ ਇਹ ਗੱਲ ਲਿਖੀ ਮਿਲੇਗੀ ਵੀ ਜੀ ਉਹ ਬਾਣੀ ਪੜ੍ਹ ਰਿਹਾ ਸੀ, ਉਹ ਬਾਣੀ ਪੜ੍ਹ ਰਿਹਾ ਸੀ। ਜਦੋਂ ਮਰਜ਼ੀ ਦੇਖ ਲਓ, ਤੇ ਜਿੱਥੇ ਜਾ ਕੇ ਕਿਸੇ ਵੀ ਸਿੱਖ ਦੀ ਦਾਸਤਾਨ ਆਉਂਦੀ ਹੈ ਨਾ, ਉਹ ਖੇਤਾਂ ਵਿੱਚ ਕੰਮ ਕਰਦਾ, ਰੰਬੇ ਨਾਲ ਗੁੱਡ ਰਿਹਾ, ਰੰਬੇ ਨਾਲ ਗੁਡਾਈ ਕਰ ਰਿਹਾ। ਕਈਆਂ ਨਾਲ ਲੱਗਿਆ ਚਲੋ ਹੁਣ ਤਾਂ ਟਰੈਕਟਰ ਆ ਗਏ, ਹਲ ਪਾ ਲੈਂਦੇ ਨੇ ਪਿੱਛੇ, ਠੀਕ ਆ, ਵਾਹ ਵਹਾਈ ਦੇ ਲਈ ਸਾਰਾ ਕੁਝ ਪ੍ਰਬੰਧ ਵੱਡੇ ਨੇ, ਮਸ਼ੀਨਾਂ ਆ ਗਈਆਂ। ਪਰ ਟਰੈਕਟਰਾਂ ਉੱਤੇ ਸੁਵਿਧਾ ਵੀ ਆ ਗਈ, ਵੀ ਡੈਕ ਲੱਗਣ ਲੱਗ ਗਏ, ਪਰ ਉਹ ਡੈਕਾਂ 'ਚ ਵੱਜਦਾ ਕੀ ਹੈ? ਗੱਲ ਤੇ ਇਹ ਹੈ ਨਾ। ਹਾਂ, ਜੇ ਉੱਥੇ ਬਾਣੀ ਚੱਲੇ, ਕਥਾ ਕੀਰਤਨ ਚੱਲੇ, ਤਾਂ ਦੂਜੇ ਦੇਖਣ ਵਾਲੇ ਨੂੰ ਵੀ ਵਧੀਆ ਲੱਗੂਗਾ। ਹੋ ਸਕਦਾ ਕਈ ਏਦਾਂ ਵੀ ਪਰਿਵਾਰ ਵੀ ਇਹ ਲੈ ਇਹ ਅਵਾਰਾਗਰਦੀਆਂ ਤੇ ਹੋ ਗਏ। ਹੁਣ ਇੱਕ ਤਾਂ ਕਿਸਾਨ ਕਹਿੰਦੇ ਕਰਜ਼ੇ ਦੀ ਮਾਰ ਹੇਠਾਂ, ਤੇ ਕਰਜ਼ੇ ਦੇ ਵਿੱਚ ਕਰਜ਼ਾਈ ਹੋ ਕੇ ਸਾਰੀ ਜ਼ਮੀਨ ਤੇ ਲਿਮਟਾਂ ਨੇ, ਤੇ ਆਪ ਐਡੇ ਐਡੇ ਡਿੱਕ ਲਾਏ ਨੇ ਟਰੈਕਟਰਾਂ ਦੇ ਉੱਤੇ। 2-2 ਲੱਖ ਰੁਪਇਆ ਟਰੈਕਟਰਾਂ ਦੀ ਲਾ ਦਿੰਦੇ ਨੇ। 5 ਲੱਖ ਦਾ ਟਰੈਕਟਰ, 2 ਲੱਖ ਉੱਤੇ ਹਾਰ ਸ਼ਿੰਗਾਰ ਦਾ, 10 ਲੱਖ ਟਰੈਕਟਰ ਪੈਂਦਾ। ਫਿਰ ਉਹਦੀਆਂ ਕਿਸ਼ਤਾਂ ਨਹੀਂ ਮੁੜਦੀਆਂ, ਫਿਰ ਕਿਸਾਨ ਫਾਹਾ ਲੈਂਦਾ। ਗੱਲ ਤੇ ਕਿੱਧਰ ਗਈ ਗੱਲ?
ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹਰ ਸਮੇਂ, ਦੇਖੋ ਕਿੱਡਾ ਵੱਡਾ ਉਪਦੇਸ਼, ਜ਼ਿਮੀਂਦਾਰ ਕਿਸਾਨ ਭਰਾ ਖੇਤ ਵਿੱਚ ਕੰਮ ਕਰ ਰਿਹਾ, ਪਾਤਸ਼ਾਹ ਜੀ ਕਹਿੰਦੇ ਬਾਣੀ ਪੜ੍ਹ। ਕੀ ਪੜਾਂ ਸਤਿਗੁਰੂ? ਸਤਿਗੁਰੂ ਕਹਿੰਦੇ ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਕਹਿੰਦੇ ਜਿਵੇਂ ਤੂੰ ਖੇਤ ਵਿੱਚ ਹਲ ਮਾਰਦਾ ਨਾ, ਕਰਾਹ ਮਾਰਦਾ, ਸੁਹਾਗਾ ਮਾਰਦਾ, ਫਸਲ ਬੀਜਦਾ, ਉਹਦੀ ਰੌਣੀ ਕਰਦਾ, ਵਾਹੁਣਾ, ਉਹਨੂੰ ਸਾਂਭ ਸੰਭਾਲ ਕਰਦਾ, ਕਹਿੰਦੇ ਤੇਰੇ ਮਨ ਰੂਪੀ ਧਰਤੀ ਤੇ ਵੀ ਦੇਖ ਕੀ ਕੁਝ ਹੋਇਆ ਪਿਆ, ਇਹਨੂੰ ਵੀ ਸਾਫ਼ ਕਰ। ਇਹ ਕਦੋਂ ਸਾਫ਼ ਕਰੇਗਾ? ਜੇਕਰ ਤੂੰ ਹੱਟ ਦੇ ਉੱਤੇ ਬੈਠਾ ਦੁਕਾਨਦਾਰੀ ਕਰ ਰਿਹਾ ਤਾਂ ਕਹਿੰਦੇ ਉੱਥੇ ਨਾਮ ਜਪ ਬਹਿ ਕੇ ਹੱਟ ਤੇਰੀ ਚੰਗੀ ਚੱਲੇਗੀ, ਤੈਨੂੰ ਚੇਤਾ ਰਵੇਗਾ। ਇੱਕ ਕਹਿਣਾ ਜ਼ਰੂਰੀ ਹੈ, ਹਰ ਕੋਈ ਕਹਿ ਦਿੰਦਾ ਜੀ ਸਾਡੇ ਲਈ ਗਾਹਕ ਭਗਵਾਨ ਦਾ ਰੂਪ ਹੈ, ਪਰ ਉਸ ਭਗਵਾਨ ਨੂੰ ਹੀ ਵੱਡੇ ਪੱਧਰ ਤੇ ਲੁੱਟਿਆ ਜਾ ਰਿਹਾ। ਕਿੱਡੇ ਵੱਡੇ ਪੱਧਰ ਤੇ? ਇੱਕ ਤਾਂ ਹੈ ਨਾ ਵੀ 10 ਰੁਪਏ ਦੀ ਚੀਜ਼ ਆਈ, ਚਲੋ 11 ਦੀ ਦਿੱਤੀ, 12 ਹੀ ਦੇ ਦਿੱਤੀ, ਗਈ ਹੱਦ 15 ਹੀ ਦੇ ਦਿੱਤੀ, ਪਰ 10 ਰੁਪਏ ਦੀ ਆਈ ਹੋਈ ਚੀਜ਼ ਦੇਣੀ 50 ਚ, ਲੁੱਟੇ ਹੈ ਨਾ। ਤੇ ਇੱਕ ਪਾਸੇ ਕਹਿਣਾ ਜੀ ਗਾਹਕ ਸਾਡੇ ਲਈ ਭਗਵਾਨ ਹੈ। ਕਿਉਂ ਭਗਵਾਨ ਹੈ? ਵੀ ਉਹ ਸਾਡੇ ਤੋਂ ਸਾਡਾ ਸਮਾਨ ਖਰੀਦਣ ਆਵੇਗਾ, ਸਾਨੂੰ ਪੈਸੇ ਦੇ ਕੇ ਜਾਵੇਗਾ, ਜਿਹਦੇ ਨਾਲ ਸਾਡਾ ਪਰਿਵਾਰ ਦਾ ਵੀ ਗੁਜ਼ਾਰਾ ਚੱਲੇਗਾ, ਇਸੇ ਕਰਕੇ ਕਹਿੰਦਾ ਨਾ। ਪਰ ਉਹਨੂੰ ਲੁੱਟ ਰਿਹਾ, ਗਲਤ ਚੱਲ ਪਿਆ ਸਿਸਟਮ। ਜਿਹੜੇ ਜੀਵਨ ਦੇ ਵਿੱਚ ਚੰਗਿਆਈਆਂ ਆਉਣੀਆਂ ਸੀ, ਉਹ ਜੀਵਨ ਦੇ ਵਿੱਚ ਬੁਰਾਈਆਂ, ਗਲਤ ਕੰਮ, ਸੋਚ ਹਰ ਸਮੇਂ ਗਲਤ, ਵੀ ਕਦੋਂ ਕੋਈ ਆਵੇ ਤੇ ਮੈਂ ਲੁੱਟ ਲਵਾਂ, ਕਦੋਂ ਕੋਈ ਆਵੇ ਤੇ ਮੈਂ ਲੁੱਟ ਲਵਾਂ। ਹਾਲਾਤ ਇਦਾਂ ਦੇ ਬਣ ਗਏ, ਕਹਾਉਣੇ ਅਸੀਂ ਧਰਮੀ ਆ, ਇਹ ਧਰਮੀ ਵਾਲੇ ਗੁਣ ਥੋੜੀ ਨਾ। ਸਤਿਗੁਰੂ ਕਹਿੰਦੇ ਭਾਈ ਮੰਨ ਲੈ, ਤੈਨੂੰ ਮੰਨਣਾ ਪੈਣਾ, ਹਮ ਅੰਧਲੇ ਅੰਧ ਵਿਖੈ ਵਿਖਰਾਤੇ, ਕਿਉਂ ਚਾਲੇ ਗੁਰ ਚਾਲੀ। ਕਹਿੰਦੇ ਕਿਵੇਂ ਚੱਲੀਏ ਗੁਰੂ ਦੀ ਚਾਲ ਵਿੱਚ? ਅਸੀਂ ਤਾਂ ਅੰਨੇ ਹੋਏ ਫਿਰਦੇ ਆ, ਸਾਤੋਂ ਚੱਲੇ ਹੀ ਨਹੀਂ ਜਾਂਦਾ, ਸਾਨੂੰ ਦਿਖਦਾ ਹੀ ਕੱਖ ਨਹੀਂ, ਸਾਡੇ ਮੋਹ ਮਾਇਆ ਦੇ ਪਸਾਰੇ ਤੋਂ ਪਾਸੇ ਜਾ ਕੇ ਦੀਂਦਾ ਹੀ ਕੱਖ ਨਹੀਂ, ਅਸੀਂ ਚੱਲਾਂਗੇ ਕਿਵੇਂ? ਸਤਿਗੁਰ ਦਇਆ ਕਰੇ ਸੁਖ ਦਾਤਾ, ਕਹਿੰਦੇ ਉਹ ਸੁੱਖਾਂ ਦਾ ਦਾਤਾ ਸਤਿਗੁਰੂ ਕਿਰਪਾ ਕਰੇ, ਦਇਆ ਕਰੇ। ਹਮ ਲਾਵੇ ਆਪਣ ਪਾਲੀ, ਸਾਨੂੰ ਸਤਿਗੁਰੂ ਕਿਰਪਾ ਕਰਕੇ ਅੰਨਿਆਂ ਨੂੰ, ਖੌਂਜਲਿਆਂ ਹੋਇਆਂ ਨੂੰ ਆਪਣੇ ਪੱਲੇ ਨਾਲ ਲਾ ਲਵੇ। ਅਰਦਾਸ ਸਾਨੂੰ ਘੱਟੋ ਘੱਟ ਇੰਨੀ ਤਾਂ ਕਰਨੀ ਪੈਣੀ।